ਮੰਨਦਾ ਇਸ ਗੱਲ ਨੂੰ ਬੰਗਾਲੀ ਨੂੰ ਸ਼ਾਇਦ ਬੰਗਾਲ ਵਾਲੇ ਨੂੰ ਕੇਰਲਾ ਵਾਲੇ ਨੂੰ ਮਹਾਰਾਸ਼ਟਰ ਵਾਲੇ ਨੂੰ ਜਾਂ ਦੁਨੀਆ ਦੇ ਕਿਸੇ ਹਿੱਸੇ ਵਾਲੇ ਨੂੰ ਨਹੀਂ ਪਤਾ ਤਾਂ ਦੱਸੂਗਾ ਕੌਣ ਸਮਝਾਊਗਾ ਕੌਣ ਅਸੀਂ ਜਾਪਾਨ ਵਾਲੇ ਦੇ ਸਾਨੂੰ ਸਮੁਰਾਈ ਕੌਣ ਨੇ ਉਹਦਾ ਪਤਾ ਹੈ ਸਮੁਰਾਈਜ਼ ਬਿਹੇਵ ਲਾਈਕ ਦਿਸ ਹੈ ਅਸੀਂ ਗੱਲਾਂ ਵੀ ਬੜੀਆਂ ਕਰਦੇ ਰਾਜਪੂਤ ਬਿਹੇਵ ਐਂ ਕਰਦੇ ਨੇ ਗੁਜਰਾਤੀ ਐਂ ਬਿਹੇਵ ਕਰਦੇ ਨੇ ਯਾਰ ਪੰਜਾਬੀ ਵੀ ਬਿਹੇਵ ਕਰਦੇ ਨੇ ਔਰ ਪੰਜਾਬੀਆਂ 'ਚ ਵੀ ਨਿਹੰਗ ਸਿੰਘ ਕਿਵੇਂ ਬਿਹੇਵ ਕਰਦੇ ਨੇ ਜੇ ਉਹਨਾਂ ਨੂੰ ਨਹੀਂ ਪਤਾ ਤਾਂ ਦੱਸਾਂਗੇ ਮੈਂ ਕੋਈ ਜਸਟੀਫਾਈ ਨਹੀਂ ਕਰ ਰਿਹਾ ਇਸ ਗੱਲ ਪਰ ਇਹਦੇ 'ਚ ਕੋਈ ਸਬਜ਼ੀ ਪਿੱਛੇ ਲੜਾਈ ਨਹੀਂ ਹੋਈ ਜਿਹੜੀ ਕਿ ਇੱਥੇ ਹੋਈ ਸੀ ਉਦੋਂ ਜਾਂ ਗੱਡੀ ਰੋਕਣ ਪਿੱਛੇ ਜਾਂ ਮੁੱਛ ਨੂੰ ਵੱਟ ਦੇਣ ਪਿੱਛੇ ਲੜਾਈ ਨਹੀਂ ਹੋਈ ਇਹ ਰਿਐਕਸ਼ਨ ਹੋਇਆ ਜਦੋਂ ਤੁਹਾਡੇ ਗ੍ਰੰਥ ਦੀ ਬੇਅਦਬੀ ਦੀ ਗੱਲ ਆਈ ਹੈ ਔਰ 7 ਸਾਲਾਂ ਦਾ ਗੁੱਸਾ ਹੈ ਇਹਨੂੰ ਤੁਸੀਂ ਨਾਰਮਲ ਘਟਨਾ ਨਾ ਸਮਝੋ ਇਹ ਇੱਕ ਇੰਨੇ ਗੁੱਸੇ ਦਾ ਰਿਐਕਸ਼ਨ ਹੈ ਪਲੀਜ਼ ਇਹਨੂੰ ਸਮਝਿਓ ਜੀ ਕਿਉਂਕਿ ਜਿਹੜਾ ਕੇਰਲਾ 'ਚ ਬੈਠਾ ਉਹਦੇ ਹਿਸਾਬ ਨਾਲ ਇਹ ਅੱਜ ਦੀ ਗੱਲ ਹੈ ਪੰਜਾਬ 'ਚ ਬੈਠਿਆਂ ਲਈ ਔਰ ਉਹਨਾਂ ਨਿਹੰਗਾ ਸਿੰਘਾਂ ਲਈ ਇਹ 7 ਸਾਲਾਂ ਦੇ ਗੁੱਸੇ ਦੀ ਗੱਲ ਹੈ ਹਰਿਆਣੇ ਦੇ ਲੋਕ ਵੱਧ ਤੋਂ ਥੋੜ੍ਹਾ ਬਹੁਤਾ ਯੂਪੀ ਦੇ ਲੋਕ ਵੀ ਸਮਝ ਜਾਣਗੇ ਪਰ ਜਿਹੜਾ ਹੁਣ ਅੰਦੋਲਨ ਹੈ ਮੋਰਚਾ ਹੈ ਉਹ ਸਾਰੇ ਦੇਸ਼ 'ਚ ਫੈਲ ਗਿਆ ਭਾਵੇਂ ਬਿਹਾਰ ਹੋਵੇ ਮਹਾਰਾਸ਼ਟਰ ਹੋਵੇ ਹੋਰ ਥਾਵਾਂ 'ਤੇ ਤੁਹਾਨੂੰ ਲੱਗਦਾ ਉੱਥੇ ਜਦੋਂ ਇਹੋ ਜਿਹੀ ਅੱਜ ਦੀ ਜਿਹੜੀ ਤਸਵੀਰਾਂ ਆਈਆਂ ਨੇ ਜਿਵੇਂ ਉਹ ਟੰਗਿਆ ਗਿਆ ਸੀਗਾ ਬੰਦੇ ਨੂੰ ਰੱਖਿਆ ਉਹਨਾਂ ਨੁਕਸਾਨ ਨਹੀਂ ਹੋਊਗਾ ਉਹਨਾਂ ਸੱਟ ਨਹੀਂ ਵੱਜੂਗੀ ਸਮਝਾਊਗਾ ਕੌਣ ਕੀ ਐਂ ਸਮਝਾਵਾਂਗੇ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜਾਂ ਐਂ ਸਮਝਾਵਾਂਗੇ ਉਹਨਾਂ ਦੀ ਸੁਰ ਮਿਲਾ ਲਾਂਗੇ ਉਹਨਾਂ ਨੂੰ ਸਮਝਾਵਾਂਗੇ ਸਾਡੀ ਵੇ ਆਫ ਲਾਈਫ ਕੀ ਹੈ ਦੱਸਾਂਗੇ ਨਾ ਉਹਨਾਂ ਨੂੰ ਕੇਰਲਾ ਵਾਲੇ ਨੂੰ ਨਹੀਂ ਪਤਾਗਾ ਤਾਂ ਅਸੀਂ ਦੱਸੀਏ ਇਹ ਸਾਡੀ ਡਿਊਟੀ ਹੈ ਨਾ ਕਿ ਸਾਡੇ ਘਰ 'ਚ ਕੁਛ ਐਬ ਜਿਹਾ ਹੋਇਆ ਬਾਹਰ ਵਾਲਾ ਤੋਂ ਪੁੱਛਦਾ ਕਿ ਆਪਾਂ ਤੁਹਾਨੂੰ ਨਹੀਂ ਉਹਨੂੰ ਨਹੀਂ ਦੱਸਦੇ ਮੈਂ ਮੰਨਦਾ ਇਸ ਗੱਲ ਨੂੰ ਬੰਗਾਲੀ ਨੂੰ ਸ਼ਾਇਦ ਬੰਗਾਲ ਵਾਲੇ ਨੂੰ ਕੇਰਲਾ ਵਾਲੇ ਨੂੰ ਮਹਾਰਾਸ਼ਟਰ ਵਾਲੇ ਨੂੰ ਜਾਂ ਦੁਨੀਆ ਦੇ ਕਿਸੇ ਹਿੱਸੇ ਵਾਲੇ ਨੂੰ ਨਹੀਂ ਪਤਾ ਤਾਂ ਦੱਸੂਗਾ ਕੌਣ ਸਮਝਾਊਗਾ ਕੌਣ ਅਸੀਂ ਜਾਪਾਨ ਵਾਲੇ ਦੇ ਸਾਨੂੰ ਸਮੁਰਾਈ ਕੌਣ ਨੇ ਉਹਦਾ ਪਤਾ ਹੈ ਸਮੁਰਾਈਜ਼ ਬਿਹੇਵ ਲਾਈਕ ਦਿਸ ਹੈ ਅਸੀਂ ਗੱਲਾਂ ਵੀ ਬੜੀਆਂ ਕਰਦੇ ਰਾਜਪੂਤ ਬਿਹੇਵ ਐਂ ਕਰਦੇ ਨੇ ਗੁਜਰਾਤੀ ਐਂ ਬਿਹੇਵ ਕਰਦੇ ਨੇ ਯਾਰ ਪੰਜਾਬੀ ਵੀ ਬਿਹੇਵ ਕਰਦੇ ਨੇ ਔਰ ਪੰਜਾਬੀਆਂ 'ਚ ਵੀ ਨਿਹੰਗ ਸਿੰਘ ਕਿਵੇਂ ਬਿਹੇਵ ਕਰਦੇ ਨੇ ਜੇ ਉਹਨਾਂ ਨੂੰ ਨਹੀਂ ਪਤਾ ਤਾਂ ਦੱਸਾਂਗੇ ਮੈਂ ਕੋਈ ਜਸਟੀਫਾਈ ਨਹੀਂ ਕਰ ਰਿਹਾ ਇਸ ਗੱਲ ਨੂੰ ਮੈਂ ਕੋਈ ਗੱਲ ਨਹੀਂ ਕਰ ਰਿਹਾ ਕਿ ਹਾਂ ਵਾਕਈ ਹੱਥ ਵੱਢ ਦੇਣਾ ਚਾਹੀਦਾ ਪਰ ਇਹਨੂੰ ਇੱਕ ਤਾਂ ਕਾਊਂਟਰ ਨੈਰੇਟਿਵ ਨਹੀਂ ਬਣਨ ਦੇਣਾ ਇੱਕ ਇਹਨੂੰ ਧਰਮਾਂ ਦਾ ਮਸਲਾ ਉਹ ਤਾਂ ਖੈਰ ਕਿਉਂਕਿ ਲਖਵੀਰ ਸਿੰਘ ਜਿਨ੍ਹਾਂ ਦਾ ਵੱਡਿਆ ਉਹ ਵੀ ਇਸੇ ਸਮੁਦਾਇ ਦਾ ਪਰ ਇਹ ਘਟਨਾ ਪਹਿਲਾਂ ਵੀ ਹੋ ਚੁੱਕੀ ਹੈ ਅਤੇ ਇੱਕ ਪੁਲਿਸ ਵਾਲੇ ਨਾਲ ਵੀ ਵਾਪਰ ਚੁੱਕੀ ਹੈ ਤਾਂ ਮੈਂ ਇਹ ਵੀ ਨਹੀਂ ਕਹੂੰਗਾ ਕਿ ਹਾਂ ਬਈ ਇਹ ਤਾਂ ਨਿਹੰਗ ਤਾਂ ਐਂ ਕਰਦੇ ਨੇ ਇਹਨਾਂ ਨੂੰ ਕਰਨ ਦਿਓ ਮੈਂ ਇਹ ਵੀ ਨਹੀਂ ਕਹੂੰਗਾ ਮੈਂ ਨਿਹੰਗ ਸਿੰਘਾਂ ਨੂੰ ਵੀ ਕਹੂੰਗਾ ਥੋੜ੍ਹਾ ਜਿਹਾ ਕਾਬੂ ਪਰ ਇਹਦੇ 'ਚ ਕੋਈ ਸਬਜ਼ੀ ਪਿੱਛੇ ਲੜਾਈ ਨਹੀਂ ਹੋਈ ਜਿਹੜੀ ਕਿ ਇੱਥੇ ਹੋਈ ਸੀ ਉਦੋਂ ਜਾਂ ਗੱਡੀ ਰੋਕਣ ਪਿੱਛੇ ਜਾਂ ਮੁੱਛ ਨੂੰ ਵੱਟ ਦੇਣ ਪਿੱਛੇ ਲੜਾਈ ਨਹੀਂ ਹੋਈ ਇਹ ਰਿਐਕਸ਼ਨ ਹੋਇਆ ਜਦੋਂ ਤੁਹਾਡੇ ਗ੍ਰੰਥ ਦੀ ਬੇਅਦਬੀ ਦੀ ਗੱਲ ਆਈ ਹੈ ਔਰ 7 ਸਾਲਾਂ ਦਾ ਗੁੱਸਾ ਹੈ ਇਹਨੂੰ ਤੁਸੀਂ ਨਾਰਮਲ ਘਟਨਾ ਨਾ ਸਮਝੋ ਇਹ ਇੱਕ ਇੰਨੇ ਗੁੱਸੇ ਦਾ ਰਿਐਕਸ਼ਨ ਹੈ ਪਲੀਜ਼ ਇਹਨੂੰ ਸਮਝਿਓ ਜੀ ਕਿਉਂਕਿ ਜਿਹੜਾ ਕੇਰਲਾ 'ਚ ਬੈਠਾ ਉਹਦੇ ਹਿਸਾਬ ਨਾਲ ਇਹ ਅੱਜ ਦੀ ਗੱਲ ਹੈ ਪੰਜਾਬ 'ਚ ਬੈਠਿਆਂ ਲਈ ਔਰ ਉਹਨਾਂ ਨਿਹੰਗਾ ਸਿੰਘਾਂ ਲਈ ਇਹ 7 ਸਾਲਾਂ ਦੇ ਗੁੱਸੇ ਦੀ ਗੱਲ ਹੈ ਕਿਉਂਕਿ ਜਦੋਂ ਬੰਦਾ ਸਾਹਮਣੇ ਆਉਂਦਾ ਸਾਨੂੰ ਲੱਗਦਾ ਹੈ ਆਹੀ ਹੈ ਸਾਰਾ ਕੁਛ ਕਰਨ ਵਾਲਾ ਕਿਉਂਕਿ ਉਹ ਉਹਨਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ ਹੈ ਸੋ ਉਹ ਜਿਹੜੇ ਪਹਿਲੀ ਵਾਰੀ ਰਿਐਕਟ ਕਰ ਰਹੇ ਨੇ ਪਹਿਲੀ ਵਾਰੀ ਉਹਨਾਂ ਨੂੰ ਲੱਗਿਆ ਆ ਹੋਇਆ ਉਹ ਇਸ ਨੂੰ ਇੱਕ ਜੰਗਲੀ ਬਿਹੇਵੀਅਰ ਦੇ ਤੌਰ 'ਤੇ ਰਿਐਕਟ ਕਰ ਰਹੇ ਨੇ ਸਾਨੂੰ ਉਹਨਾਂ ਨੂੰ ਦੱਸਣਾ ਪਊਗਾ ਉਹ ਨਾ ਭਾਈ ਇਹ ਗਲਤ ਨਾ ਸੋਚੋ ਇਹ 7 ਸਾਲਾਂ ਦਾ ਗੁੱਸਾ ਹੈ ਦਿਸ ਇਜ਼ ਦੀ ਰੀਜ਼ਨ ਜਿਵੇਂ ਕਿ ਤੁਸੀਂ ਕਹਿੰਦੇ ਹੋ ਉਦੋਂ ਉਹਨੇ ਮੰਗਲ ਪਾਂਡੇ ਨੇ ਉਦੋਂ 1857 'ਚ ਗੋਲੀ ਮਾਰਤੀ ਉਹਦੇ 'ਚ ਬਹੁਤ ਸਾਰੀਆਂ ਗੱਲਾਂ ਜੁੜ ਕੇ ਆਈਆਂ ਸੀਗੀਆਂ ਫਿਰ ਉਹਨੇ ਗੋਲੀ ਮਾਰੀ ਸੀ ਜਿਵੇਂ ਮੈਂ ਸਾਰਾਗੜੀ 'ਤੇ ਫਿਲਮ ਬਣਾ ਰਿਹਾ ਸੀ ਮੈਨੂੰ ਕਿਸੇ ਨੇ ਪੁੱਛਿਆ ਕਿ ਜੀ 21 ਸਿੰਘ ਕਿਵੇਂ 12,000 ਕਬਾਇਲੀਆਂ ਨਾਲ ਲੜਨ ਲਈ ਤਿਆਰ ਹੋ ਗਏ ਮੈਂ ਕਿਹਾ ਉਹ ਕੋਈ ਉੱਥੇ ਮੌਕੇ ਦਾ ਫੈਸਲਾ ਨਹੀਂ ਸੀ ਉਹਦੇ ਪਿੱਛੇ ਇੱਕ ਹਿਸਟਰੀ ਸੀ ਕਿ ਯਾਰ 900 ਸਾਲ ਤੋਂ ਦर्रा ਖੈਬਰ ਤੋਂ ਆ ਕੇ ਸਾਨੂੰ ਹਮਲਾਵਰ ਦਰੜ ਜਾਂਦੇ ਨੇ ਸਾਡੇ ਇੱਥੇ ਆਉਂਦੇ ਹੁੰਦੇ ਸੀ ਜਿੱਥੋਂ ਦੀ ਤੁਰਕਾਂ ਦੇ ਘੋੜੇ ਲੰਘ ਜਾਣ ਉੱਥੇ ਹਰਾ ਨਹੀਂ ਹੁੰਦਾ ਆਹ ਗੱਲ ਮਸ਼ਹੂਰ ਸੀ ਉਹਨਾਂ ਦੀ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਬੱਚਿਆਂ ਨੂੰ ਬੁੱਢਿਆਂ ਨੂੰ ਕਤਲ ਕਰਕੇ ਲੰਘ ਜਾਂਦੇ ਸੀਗੇ ਘੱਲੂਘਾਰੇ ਹੋਏ ਸਾਡੇ ਉੱਧਰੋਂ ਹੀ ਆਉਂਦੇ ਸੀ ਉਸੇ ਤਰ੍ਹਾਂ ਇਹ ਖੈਬਰ ਤੋਂ ਆਉਂਦੇ ਸੀ ਜਦੋਂ ਉਹਨਾਂ ਨੂੰ ਲੱਗਿਆ ਕਿ ਕਬਾਇਲੀ ਉੱਧਰੋਂ ਹੀ ਆ ਰਹੇ ਨੇ ਔਰ ਸਾਡਾ ਉੱਥੇ ਕਬਜ਼ਾ ਸੀ ਸਾਰਾਗੜੀ ਦੀ ਪੋਸਟ ਸੀ ਤਾਂ ਉਹਨਾਂ 21 ਸਿੰਘਾਂ ਨੂੰ ਲੱਗਿਆ ਇਹ ਘਟਨਾਵਾਂ ਕਿਤੇ ਫੇਰ ਨਾ ਹੋ ਜਾਣ ਫਿਰ ਉਹ ਰਸਤੇ ਨਾ ਖੁੱਲ੍ਹ ਜਾਣ ਫਿਰ ਉਹ ਜ਼ੁਲਮ ਸ਼ੁਰੂ ਨਾ ਹੋ ਜਾਣ ਇਹਨਾਂ ਨੂੰ ਇੱਥੇ ਹੀ ਰੋਕਾਂਗੇ ਤਾਂ ਉਹ ਫੈਸਲਾ ਜੋ ਲਿਆ 21 ਬੰਦਿਆਂ ਨੇ 12,000 ਨਾਲ ਲੜਨ ਦਾ ਉਹਦੇ ਪਿੱਛੇ ਇੱਕ ਹਿਸਟਰੀ ਸੀਗੀ
ਉਹ ਫੀਲ ਸੀਗੀ, ਉਹ ਜਜ਼ਬਾ ਸੀਗਾ, ਤੇ ਉਹਨਾਂ ਨੇ ਲੜ ਗਏ ਜਿਨ੍ਹਾਂ ਨੂੰ ਅੱਜ ਦੁਨੀਆ ਦੀਆਂ ਬਿਹਤਰੀਨ ਲੜਾਈਆਂ 'ਚ ਪੜ੍ਹਾਇਆ ਜਾਂਦਾ ਹੈ। ਸੋ ਕੋਈ ਵੀ ਚੀਜ਼ ਜੋ ਘਟੀ ਹੈ, ਪਲੀਜ਼ ਉਹਦੀ ਹਿਸਟਰੀ ਜ਼ਰੂਰ ਸਮਝਿਓ ਜੀ। ਇਹ ਰਿਐਕਸ਼ਨ ਜੋ ਹੋਇਆ, ਇੰਨਾ ਐਕਸਟ੍ਰੀਮ ਰਿਐਕਸ਼ਨ, ਜਿਹੜਾ ਪਹਿਲੀ ਨਜ਼ਰੇ ਵੇਖ ਕੇ ਲੱਗਦਾ ਬਹੁਤ ਗਲਤ ਹੈ, ਪਰ ਉਹਦੀ ਜੇ ਤੁਸੀਂ ਹਿਸਟਰੀ ਸਮਝੋਗੇ ਤਾਂ ਸ਼ਾਇਦ ਗਲਤ ਤਾਂ ਰਹੂਗਾ, ਔਰ ਗਲਤ ਹੈ ਤਾਂ ਉਹਨਾਂ ਨੇ ਗ੍ਰਿਫਤਾਰੀ ਦਿੱਤੀ ਹੈ। ਉਹ ਗ੍ਰਿਫਤਾਰੀ ਦੇ ਕੇ ਗਏ ਨੇ ਪੁਲਿਸ ਸਟੇਸ਼ਨ ਕੋਲੇ, ਕਿਸੇ ਨੇ ਉਹਨਾਂ ਨੂੰ ਇਹ ਨਹੀਂ ਕਿ ਇਹਨਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ, ਸਾਰਿਆਂ ਨੇ ਕਿਹਾ ਠੀਕ ਹੈ ਕੀਤਾ ਕਰੋ, ਆ ਗਿਆ ਸਿੰਘ। ਪਰ ਉਸ ਹਿਸਟਰੀ ਨੂੰ ਵੀ ਸਮਝੋ ਕਿ ਉਹਨੇ ਐਕਸਟ੍ਰੀਮ ਰਿਐਕਟ ਕਿਉਂ ਕੀਤਾ ਹੈ। ਪਲੀਜ਼ ਇਸ ਕਿਉਂ ਦਾ ਜ਼ਰੂਰੀ ਹੈ। ਇਹ ਮੈਂ ਵਾਰ-ਵਾਰ ਕਿਉਂ ਕਹਿ ਰਿਹਾ ਕਿ ਕਾਊਂਟਰ ਨੈਰੇਟਿਵ ਬਣਾਉਣ ਦੀ ਜੋ ਕੋਸ਼ਿਸ਼ ਹੋ ਰਹੀ ਹੈ, ਜਾਂ ਤੁਸੀਂ ਕਹਿ ਲਓ ਇੱਕ ਨਵਾਂ ਨੈਰੇਟਿਵ ਕ੍ਰੀਏਟ ਕਰਨ ਦੀ ਜੋ ਕੋਸ਼ਿਸ਼ ਹੋ ਰਹੀ ਹੈ ਕਿ ਦੇਖੋ ਜੀ, ਜਿਵੇਂ ਅੱਜ ਕੱਲ੍ਹ ਖਬਰਾਂ ਚੱਲ ਰਹੀਆਂ, ਇਹਨਾਂ ਦੀ ਸਟੇਜ ਕੋਲੇ ਹੋ ਗਿਆ, ਇਹਨਾਂ ਦਾ ਤਾਂ ਕੰਟਰੋਲ ਹੈ ਨਹੀਂ, ਇਹਨਾਂ ਨੇ ਤਾਂ ਉੱਥੇ ਪਤਾ ਨਹੀਂ ਕੌਣ ਗੁੰਡੇ ਆ ਗਏ ਨੇ, ਜਾਂ ਇੱਥੇ ਖਾਲਿਸਤਾਨੀ ਆ ਗਏ ਨੇ। ਮੈਨੂੰ ਦੱਸੋ ਯਾਰ, ਨਿਹੰਗਾ ਸਿੰਘਾਂ ਦਾ ਹੁਣ ਤੁਸੀਂ ਖਾਲਿਸਤਾਨ ਨਾਲ ਤਾਲੁਕ ਕਰਤਾ? ਜਦੋਂ ਤੁਹਾਡੇ ਲਈ ਅੱਗੇ ਜਾ ਕੇ ਹਿੱਕਾਂ ਡਾ ਕੇ ਮਰਦੇ ਸੀ, ਉਦੋਂ ਖਾਲਿਸਤਾਨੀ ਨਹੀਂ ਸੀ। ਤੁਸੀਂ ਬਿੰਦੇ ਚਿੱਟੇ ਖਾਲਿਸਤਾਨੀ ਬਣਾਉਣ 'ਚ ਇੰਟਰਸਟਡ ਹੋ, ਔਰ ਉੱਥੇ ਬੰਦੇ ਬੈਠੇ ਡਿਫੈਂਸਿਵ ਹੋ ਜਾਂਦੇ ਨੇ, ਉਹ ਕਿਤੇ ਸਾਨੂੰ ਖਾਲਿਸਤਾਨੀ ਨਾ ਬਣਾ ਦੇਣ, ਚਲੋ ਆਪਾਂ ਵੀ ਆਹ ਬਿਆਨ ਦੇ ਦਈਏ। ਇਹਨਾਂ ਦੋਨਾਂ ਨੂੰ ਇਸ ਤੋਂ ਬਚਣਾ ਪਊਗਾ। ਸੱਚ ਸੱਚ ਹੁੰਦਾ, ਔਰ ਸੱਚ 'ਤੇ ਪਹਿਰਾ ਵੀ ਦੇਣਾ ਚਾਹੀਦਾ। ਆਪਾਂ ਨਾ ਕਿਤੇ ਸੱਚ ਤੋਂ ਭੱਜੇ ਨਾ ਭੱਜਣਾ। ਜੋ ਸੱਚ ਹੈ ਉਹ ਸੱਚ ਹੈ, ਜੋ ਗਲਤ ਲੱਗਦਾ ਗਲਤ ਕਹਾਂਗੇ, ਜੋ ਸਹੀ ਹੈ ਸਹੀ ਹੈ। ਸਹੀ ਇਹ ਹੈ ਕਿ ਨਹੀਂ ਹੋਣਾ ਚਾਹੀਦਾ ਸੀ, ਬਟ ਇਹ ਹੋਇਆ, ਉਹਦੇ ਪਿੱਛੇ ਇੱਕ ਹਿਸਟਰੀ ਹੈ। ਇਹਨੂੰ ਐਵੇਂ ਰਿਐਕਟ ਨਾ ਕਰੋ, ਉਸ ਹਿਸਟਰੀ ਨੂੰ ਸਮਝੋ ਪਹਿਲਾਂ। ਇਹ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਮਾਹੌਲ ਕੌਣ ਬਣਾ ਰਿਹਾ ਹੈ, ਇਹ ਤੁਸੀਂ ਬਿਹਤਰ ਜਾਣਦੇ ਹੋ। ਇਹਦਾ ਫਾਇਦਾ ਕਿਹਨੂੰ ਹੋ ਸਕਦਾ ਹੈ? ਇਹ ਉਹ ਲੋਕ ਇਸ ਮਾਹੌਲ ਨੂੰ ਕ੍ਰੀਏਟ ਕਰਨਾ ਚਾਹੁੰਦੇ ਨੇ ਜਿਹਦੇ ਨਾਲ ਇੱਕ ਸਮੁਦਾਇ ਨੂੰ ਵੀ ਬਦਨਾਮ ਹੋ ਜਾਏ, ਇੱਕ ਅੰਦੋਲਨ ਵੀ ਖਰਾਬ ਹੋ ਜਾਏ। ਇੰਨੇ ਜਿਹਨਾਂ ਦੇ ਜੋ ਇੰਨੇ ਸ਼ਹੀਦ ਹੋ ਚੁੱਕੇ ਨੇ ਉੱਤੇ ਕਿਸਾਨ, ਉਹਨਾਂ ਦੇ ਵੀ ਪਾਣੀ ਮਿੱਟੀ ਪੈ ਜਾਏ, ਸਾਰਾ ਕੁਝ ਖਤਮ ਕਰ ਲਈਏ। ਪਲੀਜ਼ ਇਹਨੂੰ ਸਮਝਿਓ ਜੇ। ਮੈਂ ਆਪਣੇ ਪੰਜਾਬ ਵਾਲਿਆਂ ਨੂੰ ਤਾਂ ਖੈਰ ਇਸ ਦਾ, ਔਰ ਹਰਿਆਣੇ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਹੈ। ਜਿਹੜੇ ਬੰਦੇ ਨਹੀਂ ਪਤਾ ਇਹਨੂੰ, ਇਸ ਸਮਝ ਤੋਂ ਬਾਅਦ ਬੋਲਿਓ ਜੀ ਉਹਨੂੰ। ਔਰ ਸਾਡੀ ਡਿਊਟੀ ਹੈ ਸਾਰਿਆਂ ਦੀ, ਜੋ ਵੀ ਸੁਣ ਰਹੇ ਨੇ ਉਹਨਾਂ ਦੀ ਵੀ ਸਾਡੀ ਵੀ, ਕਿ ਜਿਹੜੇ ਬੰਦੇ ਵੀ ਐਂ ਗੱਲ ਕਰਨ। ਮੈਂ ਆਲਰੇਡੀ 4 ਲੋਕਾਂ ਨਾਲ ਗੱਲ ਕਰ ਚੁੱਕਿਆ ਪੰਜਾਬ ਤੋਂ ਬਾਹਰ ਲਿਆ ਨਾਲ, ਔਰ ਉਹਨਾਂ ਨੂੰ ਮੈਂ ਇਹ ਗੱਲ ਸਮਝਾ ਚੁੱਕਿਆ ਕਿ ਪਲੀਜ਼ ਰਿਐਕਟ ਕਰਨ ਤੋਂ ਪਹਿਲਾਂ ਸਾਡੀ ਗੱਲ ਸੁਣੋ। ਇਹ ਕੌਣ ਲੋਕ ਨੇ ਔਰ ਕਿਉਂ ਰਿਐਕਟ ਹੋਇਆ, ਉਹਦੇ ਪਿੱਛੇ ਸਾਡਾ ਗੁੱਸਾ ਕੀ ਹੈ, ਕਾਰਨ ਕੀ ਹੈ। ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਮਿਤੋਜ ਮਾਨ। ਇਹ ਸੀਗੇ ਮਿਤੋਜ ਮਾਨ, ਜਿਨ੍ਹਾਂ ਨੇ ਸਹੀ ਸਿੱਧੇ ਲਫ਼ਜ਼ਾਂ 'ਚ ਕਿਹਾ ਵੀ ਉਹ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਸਟੇਟਮੈਂਟ ਆਈ ਹੈ ਅੱਜ ਦਾ ਜਿਹੜਾ ਸਿੰਘੂ ਬਾਰਡਰ ਦੇ ਕਤਲ, ਉਹਨਾਂ ਬਿਲਕੁਲ ਸਹਿਮਤ ਨਹੀਂ। ਇਹ ਕਹਿੰਦੇ ਆ ਵੀ ਜੋ ਵੀ ਨਿਹੰਗ ਸਿੰਘਾਂ ਨੇ ਕੀਤਾ ਉਹ ਜਸਟੀਫਾਈਬਲ ਨਹੀਂ, ਪਰ ਉਹਨਾਂ ਨਾਲ ਖੜਨਾ ਜ਼ਰੂਰੀ ਹੈ, ਉਹਨਾਂ ਦਾ ਸਾਥ ਦੇਣਾ ਜ਼ਰੂਰੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਜੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।